ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਮਨ ਤਨ ਰਤਾ ਸਚ ਰੰਗ ਇੱਕੋ ਨਾਮ ਆਧਾਰ। ਵਿਖਿਆ ਰੰਗ ਕੁੜਾਵਿਆ ਦਿਸਨ ਸਭੇ ਛਾਰ। ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ। ਵਣ ਤ੍ਰਿਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ। ਹਰ ਮਿਲਣੈ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ। ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ। ਨਾਨਕ ਹਰਿ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ। ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ। ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸਾਹਿਬੇ ਕਮਾਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਮਿਲ ਕਰ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ। ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਅਤੇ ਸਤਿਗੁਰੂ ਸਾਹਿਬ ਜੀ ਦੇ ਪਵਿੱਤਰ ਉਪਦੇਸ਼ ਆਪ ਸਭ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰ ਰਹੇ ਹੋ। ਸਤਿਗੁਰੂ ਸਾਹਿਬ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਮਾਝ ਰਾਗ ਦੇ ਵਿੱਚ 12 ਮਹਾ ਮਾਝ ਬਾਣੀ ਦੇ ਸਿਰਲੇਖ ਹੇਠ ਧੰਨ ਧੰਨ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਪਾਵਨ ਬਾਣੀ ਉਚਾਰਨ ਕੀਤੀ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅਨੁਸਾਰ ਕਿਉਂਕਿ ਅੱਜ ਸੰਗਰਾਂਦ ਦਾ ਦਿਹਾੜਾ ਹੈ ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ 12 ਮਹੀਨਿਆਂ ਦੇ 12 ਉਪਦੇਸ਼ ਸਾਡੇ ਜੀਵਨ ਨੂੰ ਚਲਾਉਣ ਵਾਸਤੇ, ਸਾਡੀ ਜ਼ਿੰਦਗੀ ਦੀ ਗੱਡੀ ਨੂੰ ਸੁਖਾਲੇ ਢੰਗ ਦੇ ਨਾਲ ਚਲਾਉਣ ਵਾਸਤੇ, ਸੁਚੱਜੇ ਢੰਗ ਦੇ ਨਾਲ ਚਲਾਉਣ ਵਾਸਤੇ ਸਤਿਗੁਰੂ ਜੀ ਨੇ ਤਰੁੱਠ ਕਰਕੇ ਸਾਨੂੰ ਬਖਸ਼ੇ ਹਨ। ਅੱਜ ਸਾਵਣ ਦਾ ਮਹੀਨਾ, ਜਿਹਨੂੰ ਸਾਉਣ ਦਾ ਮਹੀਨਾ ਵੀ ਕਿਹਾ ਜਾਂਦਾ ਹੈ, ਗੁਰਮਤਿ ਦੇ ਅਨੁਸਾਰ, ਗੁਰਬਾਣੀ ਦੇ ਅਨੁਸਾਰ, ਸਤਿਗੁਰੂ ਸਾਹਿਬ ਜੀ ਦੇ ਬਚਨਾਂ ਦੇ ਅਨੁਸਾਰ, ਸਤਿਗੁਰੂ ਸਾਹਿਬ ਜੀ ਦੇ ਘਰ ਦੀ ਮਰਿਆਦਾ ਅਨੁਸਾਰ ਹਰ ਸੰਗਰਾਂਦ ਨੂੰ ਜਿਵੇਂ ਸਤਿਗੁਰੂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਮਹੀਨੇ ਦੇ ਸ਼ਬਦ ਦੀ ਵਿਆਖਿਆ ਵਿਚਾਰ ਹੁੰਦੀ ਹੈ ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਸਾਨੂੰ ਇਸ ਸ਼ਬਦ ਦੇ ਵਿੱਚ ਸਾਰਾ ਮਹੀਨਾ, ਸਾਰੀ ਜ਼ਿੰਦਗੀ ਕਿਵੇਂ ਜ਼ਿੰਦਗੀ ਬਤੀਤ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਪ ਜੀਆਂ ਨੇ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਸਾਹਿਬ ਜੀ ਦੀ ਬਾਣੀ ਦਾ ਸ਼ਬਦ, ਇਸ ਮਹੀਨੇ ਦਾ ਪਵਿੱਤਰ ਸ਼ਬਦ ਸਰਵਣ ਕੀਤਾ ਹੈ। ਆਓ ਪ੍ਰੇਮ ਦੇ ਨਾਲ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜੁੜਦੇ ਹੋਏ ਮਹੀਨੇ ਦੇ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਕਿ ਕਿਵੇਂ ਸਤਿਗੁਰੂ ਪਾਤਸ਼ਾਹ ਜੀ ਸਾਵਣ ਮਹੀਨੇ ਦੇ ਵਿੱਚ ਸਾਨੂੰ ਪ੍ਰਭੂ ਪਤੀ ਪਰਮਾਤਮਾ ਵਾਹਿਗੁਰੂ ਦੇ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਹਨ। ਆਓ ਜੀ ਸਰਬੱਤ ਮਾਈ ਭਾਈ ਪ੍ਰੇਮ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਦੇ ਵਿਚਾਰ ਵਿੱਚ ਜੁੜਨਾ ਕਰੀਏ। ਇੱਕ ਵਾਰੀ ਪ੍ਰੇਮ ਦੇ ਨਾਲ ਉਚਾਰਨ ਕਰੋ, ਸਤਨਾਮ
ਸ਼੍ਰੀ ਵਾਹਿਗੁਰੂ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤਰੁੱਠ ਕਰਕੇ, ਕਿਰਪਾ ਕਰਕੇ ਸਾਡੇ ਉੱਤੇ ਅੱਜ ਦੇ ਮਹੀਨੇ ਦਾ ਸ਼ਬਦ ਬਖਸ਼ਿਆ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਪਿਛਲਾ ਮਹੀਨਾ ਆਸ਼ਾੜ ਦਾ ਬੜਾ ਤਪਸ ਭਰਿਆ ਮਹੀਨਾ ਸੀ, ਤੇ ਤਪਸ ਜਿਹੜੀ ਹੈ ਸਿਰਫ ਬਾਹਰੀ ਰੂਪ ਕਰਕੇ ਨਹੀਂ ਸੀ, ਤਪਸ ਅੰਦਰੂਨੀ ਰੂਪ ਕਰਕੇ ਵੀ ਉਹਨਾਂ ਨੂੰ ਸੀ, ਜਿਨ੍ਹਾਂ ਦਾ ਪ੍ਰਭੂ ਪਤੀ ਵਾਹਿਗੁਰੂ ਮਾਲਕ ਦੇ ਨਾਲ ਮਿਲਾਪ ਨਹੀਂ ਹੋਇਆ। ਪਰ ਜਿਨ੍ਹਾਂ ਨੇ ਉਸ ਤਪਸ ਨੂੰ ਸਹਾਰ ਕੇ, ਉਸ ਤਪਸ ਨੂੰ ਆਪਣੇ ਮਨ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਦੂਰ ਕਰ ਲਿਆ। ਪਾਤਸ਼ਾਹ ਜੀ ਨੇ ਉਹਨਾਂ ਨੂੰ ਆਖਿਆ ਸੀ, ਆਸ਼ਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ। ਜਿਨ੍ਹਾਂ ਦੇ ਹਿਰਦੇ 'ਚ ਰੱਬ ਦਾ ਨਿਵਾਸ ਹੋ ਗਿਆ, ਉਹਨਾਂ ਵਾਸਤੇ ਆਸ਼ਾੜ ਦਾ ਮਹੀਨਾ ਸੁਹਾਵਣਾ ਬਣ ਗਿਆ ਸੀ। ਜਦੋਂ ਆਸ਼ਾੜ ਦਾ ਮਹੀਨਾ ਸੁਹਾਵਣਾ ਬਣ ਗਿਆ, ਸਾਉਣ ਦਾ ਮਹੀਨਾ ਆਰੰਭ ਹੋਇਆ, ਸਾਵਣ ਦਾ ਮਹੀਨਾ ਆਰੰਭ ਹੋਇਆ, ਤੇ ਪਾਤਸ਼ਾਹ ਜੀ ਨੇ ਰਹਿਮਤਾਂ ਕਰ ਦਿੱਤੀਆਂ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਸਾਉਣ ਦੇ ਮਹੀਨੇ ਦੇ ਵਿੱਚ, ਸਾਵਣ ਦੇ ਮਹੀਨੇ ਦੇ ਵਿੱਚ ਜੀਵ ਰੂਪੀ ਇਸਤਰੀ ਜਿਹੜੀ ਹੈ, ਸਤਿਗੁਰੂ ਸਾਹਿਬ ਜੀ ਦੀ ਬਾਣੀ ਦੇ ਅਨੁਸਾਰ ਅਸੀਂ ਸਾਰੇ ਉਸ ਪ੍ਰਭੂ ਪਤੀ ਮਾਲਕ ਵਾਹਿਗੁਰੂ ਦੀਆਂ ਇਸਤਰੀਆਂ ਹਾਂ। ਮਹਾਰਾਜ ਜੀ ਕਹਿੰਦੇ ਨੇ, ਸੰਸਾਰ ਦੇ ਵਿੱਚ, ਇਸ ਜਗਤ ਦੇ ਵਿੱਚ, ਬ੍ਰਹਿਮੰਡ ਦੇ ਵਿੱਚ ਇੱਕ ਹੀ ਪੁਰਖ ਹੈ, ਬਾਕੀ ਜਿੰਨੀਆਂ ਅਸੀਂ ਸਾਰੇ ਹੀ ਪ੍ਰਮਾਤਮਾ ਵਾਹਿਗੁਰੂ ਦੀਆਂ ਇਸਤਰੀਆਂ ਹਾਂ। ਇਸਤਰੀ ਰੂਪ ਜੀਵ ਨੂੰ ਸਤਿਗੁਰੂ ਜੀ ਸਮਝਾਉਂਦੇ ਹੋਏ, ਕਿਰਪਾ ਕਰਦੇ ਹੋਏ, ਸਾਵਣ ਦੇ ਮਹੀਨੇ ਦੀ ਮਹੱਤਤਾ ਸਾਡੇ ਦੇਸ਼ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਮੰਨੀ ਜਾਂਦੀ ਹੈ। ਤੇ ਸਾਵਣ ਦਾ ਮਹੀਨਾ ਜਿਹੜਾ ਹੈ, ਜਿਵੇਂ ਆਸ਼ਾੜ ਦੇ ਮਹੀਨੇ ਵਿੱਚ ਤਪਸ ਹੁੰਦੀ ਹੈ, ਬਾਰਿਸ਼ ਨਹੀਂ ਹੁੰਦੀ, ਸਾਉਣ ਦੇ ਮਹੀਨੇ ਦੀ ਆਰੰਭਤਾ ਦੇ ਨਾਲ ਹੀ ਬਾਰਿਸ਼, ਮੀਂਹ ਜਿਹੜਾ ਹੈ, ਕਿਣ-ਮਿਣ ਕਣੀਆਂ ਦੇ ਰੂਪ ਵਿੱਚ ਅਤੇ ਮੋਹਲੇ ਧਾਰ ਬਾਰਿਸ਼ ਮੀਂਹ ਦੇ ਰੂਪ ਵਿੱਚ ਪੈਂਦਾ ਹੈ। ਤੇ ਵਿਦਵਾਨਾਂ ਦਾ ਇਸ ਤਰ੍ਹਾਂ ਮੰਨਣਾ ਹੈ ਕਿ ਇਸ ਮਹੀਨੇ ਦੇ ਵਿੱਚ ਸਾਰੀ ਹੀ ਕਾਇਨਾਤ ਜਿਹੜੀ ਹੈ, ਸਾਰੀ ਹੀ ਸ੍ਰਿਸ਼ਟੀ ਜਿਹੜੀ ਹੈ, ਜੀਵ ਜੰਤੂ, ਇੱਥੋਂ ਤੱਕ ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅਨੁਸਾਰ ਜੀਵ ਜੰਤੂ, ਪੱਥਰ ਦਿਲ ਇਨਸਾਨ ਅਤੇ ਹੋਰ ਇਤਿਆਦਿਕ ਜਿੰਨੀਆਂ ਵੀ ਸਤਿਗੁਰੂ ਪਾਤਸ਼ਾਹ ਨੇ ਸੰਸਾਰ 'ਚ ਕਿਸਮਾਂ ਪੈਦਾ ਕੀਤੀਆਂ ਨੇ, ਸਭਨਾਂ ਨੂੰ ਇੱਕ ਉਮਾ ਪੈਦਾ ਹੋ ਜਾਂਦਾ, ਇੱਕ ਖੇੜਾ ਪੈਦਾ ਹੋ ਜਾਂਦਾ ਹੈ। ਬਹੁਤ ਸਮੇਂ ਤੋਂ ਸੜਿਆ ਹੋਇਆ ਘਾਹ ਬੂਟ ਜਿਹੜਾ ਹੈ, ਉਹਦੇ 'ਤੇ ਜਦੋਂ ਸਾਵਣ ਦੇ ਮਹੀਨੇ ਵਿੱਚ ਬਰਸਾਤ ਪਈ, ਉਹ ਹਰਿਆ ਹੋ ਗਿਆ, ਹਰਿਆ ਭਰਿਆ ਹੋ ਗਿਆ। ਤੇ ਇਸ ਤਰ੍ਹਾਂ ਵੀ ਮੰਨਿਆ ਜਾਂਦਾ ਹੈ ਕਿ ਇਸ ਮਹੀਨੇ ਦੇ ਵਿੱਚ ਹੀ ਸਵਾਂਤੀ ਬੂੰਦ ਜਿਹੜੀ ਹੈ, ਜਿਹੜੀ ਬਬੀਹਾ ਲੋਚਦਾ ਹੈ, ਉਹਨੂੰ ਬਹੁਤਾਤ ਮਾਤਰਾ ਦੇ ਵਿੱਚ ਪ੍ਰਾਪਤ ਹੋ ਜਾਂਦੀ ਹੈ, ਤੇ ਉਹ ਆਪਣੇ ਸਾਲ ਭਰ ਦੀ ਪਿਆਸ ਨੂੰ ਬੁਝਾ ਲੈਂਦਾ ਹੈ। ਇਹ ਬਾਹਰੀ ਤੌਰ ਦੀਆਂ ਗੱਲਾਂ ਹਨ। ਬਾਹਰੀ ਤੌਰ 'ਤੇ ਘਾਹ ਬੂਟ, ਜੀਵ ਜੰਤੂ ਸਾਰੇ ਹੀ ਖੁਸ਼ ਹੁੰਦੇ ਨੇ, ਬੜਾ ਆਨੰਦ ਮਾਣਦੇ ਨੇ ਸਾਉਣ ਮਹੀਨੇ ਦਾ। ਬਬੀਹਾ ਜਿਹੜਾ ਹੈ, ਸਵਾਂਤੀ ਬੂੰਦ ਵਾਸਤੇ ਸਾਰਾ ਸਾਲ ਇੰਤਜ਼ਾਰ ਕਰਦਾ ਹੈ। ਸਾਵਣ ਦੇ ਮਹੀਨੇ ਵਿੱਚ ਉਹਦਾ ਇੰਤਜ਼ਾਰ ਖਤਮ ਹੋ ਜਾਂਦਾ ਹੈ। ਗੁਰੂ ਪਿਆਰਿਓ, ਬਬੀਹਾ ਇੱਕ ਇਹੋ ਜਿਹਾ ਪੰਛੀ ਹੈ, ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸਤਿਗੁਰੂ ਸਾਹਿਬ ਜੀ ਤੋਂ, ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੋਂ ਉਹ ਬੇਨਤੀ ਕਰਕੇ ਮੰਗਦਾ ਹੈ। ਬਬੀਹਾ ਬੇਨਤੀ ਕਰ। ਮਹਾਰਾਜ ਕਹਿੰਦੇ ਨੇ, ਬਬੀਹਾ ਬੇਨਤੀ ਕਰਦਾ। ਕੀ ਬੇਨਤੀ ਕਰਦਾ? ਕਿ ਮੇਰੇ ਹਿਰਦੇ 'ਚ ਨਾਮ ਵਸ ਜਾਵੇ, ਮੈਨੂੰ ਸਵਾਂਤੀ ਬੂੰਦ ਪ੍ਰਾਪਤ ਹੋ ਜਾਵੇ। ਬਬੀਹੇ ਦੀ ਉਦਾਹਰਣ ਦੇ ਕੇ ਪਾਤਸ਼ਾਹ ਜੀ ਨੇ ਸਾਡੇ ਮਨਾਂ ਨੂੰ, ਕਿਉਂਕਿ ਮਨ ਜਿਹੜਾ ਹੈ ਨਾ, ਉਹ ਗੁਰਬਾਣੀ ਤੋਂ ਬੜੀ ਜਲਦੀ ਟੁੱਟ ਜਾਂਦਾ ਹੈ। ਮਨ ਧਰਮ ਤੋਂ, ਮਨ ਸੁਚੱਜੇ ਕਰਮਾਂ ਤੋਂ, ਧਾਰਮਿਕ ਕਰਮਾਂ ਤੋਂ ਬੜੀ ਜਲਦੀ ਦੂਰ ਹੁੰਦਾ। ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਬਾਣੀ ਮਨ ਨੂੰ ਬਾਰੰਬਾਰ ਉਪਦੇਸ਼ ਕਰਦੀ ਹੈ, ਮਨਾਂ ਤੂੰ ਜਾਗ ਜਾ, ਕਿਉਂਕਿ ਮਨ ਜਾਣਤ ਸਭ ਬਾਤ, ਜਾਣਤ ਹੀ ਅਵਗਣ ਕਰੈ। ਮਨ ਆਪਣੀਆਂ ਮਨਿਆਈਆਂ ਕਰਕੇ ਮਨਮੁਖ ਬਣ ਜਾਂਦਾ ਹੈ, ਤਨ ਨੂੰ ਤੇ ਆਤਮਾ ਨੂੰ ਦੁੱਖ ਦਿੰਦਾ ਹੈ। ਤਨ ਨੂੰ ਸਮਾਜ ਦੇ ਵਿੱਚ, ਸੰਸਾਰ 'ਚ ਦੁੱਖ ਮਿਲਦਾ ਹੈ, ਆਤਮਾ ਨੂੰ ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁਖ ਲੈ ਕੇ ਜਾਹੇਗਾ, ਉਦੋਂ ਉੱਥੇ ਉਹਨੂੰ ਜਾ ਕਰਕੇ ਦੁੱਖ ਪ੍ਰਾਪਤ ਹੁੰਦਾ। ਪਰ ਜਿਹੜਾ ਮਨ
ਸਤਿਗੁਰੂ ਦੇ ਚਰਨਾਂ ਵਿੱਚ ਜੁੜ ਗਿਆ, ਗੁਰੂ ਪ੍ਰਭੂ ਪਤੀ ਦੇ ਚਰਨਾਂ ਵਿੱਚ ਜੁੜ ਗਿਆ, ਸਰਸ ਗਿਆ, ਜਿਹੜਾ ਜਿਨੇ ਸਾਵਣ ਦੇ ਮਹੀਨੇ ਵਿੱਚ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਨੂੰ ਪ੍ਰਾਪਤ ਕਰ ਲਿਆ, ਜਿਵੇਂ ਬਬੀਹੇ ਨੇ ਪ੍ਰਾਪਤ ਕਰ ਲਿਆ। ਮਹਾਰਾਜ ਬਾਣੀ 'ਚ ਕਿਰਪਾ ਕਰਦੇ ਹਨ, 4 ਤਰ੍ਹਾਂ ਦੇ ਜਿਹੜੇ ਜੀਵ ਹਨ ਉਹਨਾਂ ਨੂੰ ਇਸ ਮਹੀਨੇ 'ਚ ਬਹੁਤ ਕੁਝ ਪ੍ਰਾਪਤ ਹੁੰਦਾ ਹੈ। ਸਤਿਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਬਚਨ ਹੈ, ਨਾਨਕ ਸਾਵਣ ਜੇ ਵਸੈ ਚਾਹੁ ਉਮਾਹਾ ਹੋਏ। ਸਾਵਣ ਦੇ ਮਹੀਨੇ ਵਿੱਚ 4 ਕਿਸਮਾਂ ਜਿਹੜੀਆਂ ਹਨ ਜੀਵ ਜੰਤੂਆਂ ਦੀਆਂ, ਉਹਨਾਂ ਨੂੰ ਉਮਾ ਪ੍ਰਾਪਤ ਹੁੰਦਾ ਹੈ, ਖੁਸ਼ੀ ਪ੍ਰਾਪਤ ਹੁੰਦੀ ਹੈ। ਨਾਗਾਂ, ਮਿਰਗਾਂ, ਮੱਛੀਆਂ, ਰਸੀਆਂ ਘਰ ਧਨ ਹੋਏ। ਨਾਗਾਂ ਨੂੰ ਕਿਉਂਕਿ ਸਾਉਣ ਦੇ ਮਹੀਨੇ ਵਿੱਚ ਇਸ ਤਰ੍ਹਾਂ ਮੰਨਿਆ ਜਾਂਦਾ ਹੈ ਔਰ ਇਸ ਤਰ੍ਹਾਂ ਹੁੰਦਾ ਹੈ, ਸਤਿਗੁਰੂ ਜੀ ਦੀ ਬਾਣੀ ਨੇ ਜੋ ਕਹਿ ਦਿੱਤਾ ਉਹ ਸੱਚ ਹੀ ਸੱਚ ਹੈ। ਨਾਗ ਜਿਹੜੇ ਨੇ, ਸੱਪ ਜਿਹੜੇ ਨੇ, ਕਈ ਮਹੀਨਿਆਂ ਤੋਂ ਜਿਹੜੇ ਖੁੱਡਾਂ ਦੇ ਵਿੱਚ ਬੈਠੇ ਸਨ, ਗਰਮੀ ਦੀ ਤਪਸ਼ ਤੋਂ ਬਚਦੇ ਹੋਏ ਧਰਤੀ ਦੀ ਗੋਦ ਵਿੱਚ ਬੈਠੇ ਸਨ। ਸਾਉਣ ਦਾ ਮਹੀਨਾ ਆਇਆ, ਬਰਸਾਤ ਪਈ, ਉਹਨਾਂ ਨਾਗਾਂ ਦੇ ਉੱਤੇ ਸਤਿਗੁਰੂ ਦੀ ਕਿਰਪਾ ਹੋਈ, ਉਹ ਵੀ ਠੰਡਕ ਨੂੰ ਮਹਿਸੂਸ ਕਰਨ ਵਾਸਤੇ ਬਾਹਰ ਜਿਹੜਾ ਹੈ ਖੁੱਡਾਂ ਤੋਂ ਆਉਣਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਮਿਰਗ ਜਿਹੜਾ ਹੈ ਉਸ ਨੇ ਵੀ ਬਰਸਾਤ ਦੇ ਵਿੱਚ, ਸਾਉਣ ਦੇ ਮਹੀਨੇ ਦੀ ਬਰਸਾਤ ਵਿੱਚ ਬੜਾ ਆਨੰਦ ਮਾਣਿਆ। ਅਤੇ ਮੱਛੀਆਂ, ਥੋੜ੍ਹਾ ਪਾਣੀ ਹੋਣ ਕਰਕੇ ਮੱਛੀਆਂ ਮਰਦੀਆਂ ਜਾ ਰਹੀਆਂ ਸਨ, ਪਰ ਬਰਸਾਤ ਪਈ, ਉਹ ਟੋਭਿਆਂ ਦੇ ਵਿੱਚ ਜਲ ਜਿਹੜਾ ਹੈ ਭਰਪੂਰ ਹੋ ਗਿਆ, ਉਹਨਾਂ ਨੂੰ ਵੀ ਨਵਾਂ ਜੀਵਨ ਮਿਲ ਗਿਆ। ਤੇ ਤੀਸਰੀ ਚੌਥੀ ਗੱਲ ਸਤਿਗੁਰੂ ਜੀ ਨੇ ਕੀਤੀ, ਰਸੀਆਂ ਘਰ ਧਨ ਹੋਏ। ਰਸੀਆਂ ਜਿਹੜੇ ਰਸੇ ਹੋਏ ਨੇ, ਜਿਨ੍ਹਾਂ ਦੇ ਅੰਦਰ ਨਾਮ ਵਸਿਆ ਹੋਇਆ। ਸਾਵਣ ਸਰਸੀ ਕਾਮਣੀ, ਜਿਹੜੀ ਜੀਵ ਰੂਪੀ ਇਸਤਰੀ ਨੇ, ਮਨੁੱਖ ਨੇ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰ ਲਿਆ, ਨਾਮ ਧਨ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ, ਮਹਾਰਾਜ ਕਹਿੰਦੇ ਨੇ ਉਹਨਾਂ ਦਾ ਜੀਵਨ ਜਿਹੜਾ ਹੈ ਆਨੰਦਿਤ ਹੋ ਗਿਆ, ਖੇੜਿਆਂ ਨਾਲ ਭਰ ਗਿਆ। ਜਿਵੇਂ ਬਬੀਹੇ ਨੂੰ ਸਵਾਂਤੀ ਬੂੰਦ ਮਿਲੀ। ਗੁਰੂ ਪਿਆਰ ਵਾਲਿਓ, ਬਬੀਹੇ ਨੂੰ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਬੜਾ ਮਾਣ ਦਿੱਤਾ। ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ। ਅੱਜ ਸਾਡੇ ਸਮਾਜ ਦੀ, ਸਾਡੇ ਪੰਜਾਬ ਦੀ ਇੱਕ ਬਦਕਿਸਮਤੀ ਹੈ ਕਿ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਜਿਸ ਬਬੀਹੇ ਨੂੰ ਮਾਣ ਦਿੱਤਾ ਸੀ, ਉਹ ਬਬੀਹੇ ਨੂੰ ਸਾਡੇ ਅੱਜ ਕੁਝ ਲੱਚਰ ਗਾਇਕ ਜਿਹੜੇ ਨੇ ਉਹਨੂੰ ਮਰਨ ਮਰਾਉਣ ਦੀਆਂ ਗੱਲਾਂ ਦੇ ਵਿੱਚ ਲਿਆ ਕੇ, ਕੱਟ ਵੱਢ ਦੀਆਂ ਗੱਲਾਂ ਵਿੱਚ ਲਿਆ ਕੇ, ਬੰਦੂਕ ਦੀਆਂ ਗੋਲੀਆਂ ਦੀਆਂ ਗੱਲਾਂ ਵਿੱਚ ਲਿਆ ਕੇ ਇੱਕ ਬਦਨਾਮੀ ਵਾਲੇ ਰਸਤੇ ਤੇ ਲੈ ਗਏ। ਇਹਦਾ ਕਾਰਨ ਕੀ ਹੈ? ਕਿਉਂਕਿ ਅਸੀਂ ਸੁਣਨਾ ਚਾਹੁੰਦੇ ਇਹੋ ਜਿਹੀਆਂ ਗੱਲਾਂ। ਅਸੀਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਹਨ ਉਹਨਾਂ ਨੂੰ ਸੁਣ ਕੇ ਪਸੰਦ ਕਰਦੇ ਹਾਂ। ਜੇ ਬਬੀਹਾ ਹੀ ਸੁਣਨਾ ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬਹਿ ਕੇ ਸੁਣੋ। ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ। ਜੇ ਬਬੀਹਾ ਹੀ ਸੁਣਨਾ ਹੈ ਤੇ ਸਤਿਗੁਰੂ ਜੀ ਦੀ ਬਾਣੀ ਵਿੱਚੋਂ ਸੁਣੋ। ਬਬੀਹਾ ਬੇਨਤੀ ਕਰੈ ਕਰ ਕਿਰਪਾ ਦਿਓ ਜੀਓ ਨਾਉ। ਕਿਰਪਾ ਕਰੋ ਮਹਾਰਾਜ, ਮੇਰੇ ਹਿਰਦੇ 'ਚ ਨਾਮ ਵਸ ਜਾਵੇ। ਖੈਰ, ਸਤਿਗੁਰੂ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ, ਬਬੀਹੇ ਨੂੰ ਸ਼ਾਂਤੀ ਬੂੰਦ ਪ੍ਰਾਪਤ ਹੋ ਗਈ। ਇਸ ਮਹੀਨੇ ਦੇ ਵਿੱਚ 4 ਤਰ੍ਹਾਂ ਦੇ, 4 ਕਿਸਮਾਂ ਦੇ ਜੀਵ ਜੰਤੂ ਜਿਹੜੇ ਹਨ, ਨਾਗਾਂ, ਮਿਰਗਾਂ, ਮੱਛੀਆਂ, ਰਸੀਆਂ ਘਰ ਧਨ ਹੋਏ। ਰਸੀਆਂ ਤੋਂ ਭਾਵ ਹੈ ਉਹ ਜਗਿਆਸੂ ਜਿਹੜਾ ਰੱਬ ਦੇ ਦਰ ਵੱਲ ਨੂੰ ਤੁਰ ਪਿਆ, ਜਿਹਨੂੰ ਸਤਿਗੁਰੂ ਜੀ ਦੇ ਨਾਮ ਦਾ ਰਸ ਆਉਣ ਲੱਗ ਪਿਆ। ਮਹਾਰਾਜ ਕਹਿੰਦੇ ਨੇ ਉਸ ਨੂੰ ਵੀ ਸਾਉਣ ਮਹੀਨੇ ਦੇ ਵਿੱਚ ਬੜੀ ਖੁਸ਼ੀ ਪ੍ਰਾਪਤ ਹੁੰਦੀ ਹੈ। ਨਾਗਾਂ ਨੂੰ, ਮਿਰਗਾਂ ਨੂੰ ਤੇ ਮੱਛੀਆਂ ਨੂੰ। ਇਹਨੂੰ ਅਗਰ ਅਧਿਆਤਮਕ ਜ਼ਿੰਦਗੀ ਦੇ ਵਿੱਚ ਲੈ ਲਈਏ, ਸਤਿਗੁਰੂ ਜੀ ਦੀ ਕਿਰਪਾ ਹਮੇਸ਼ਾ ਵਰਸ ਰਹੀ ਹੈ। ਸਤਿਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਹਮੇਸ਼ਾ ਵਰਸ ਰਹੀਆਂ। ਪ੍ਰਾਪਤ ਉਹਨੂੰ ਹੋਣੀ ਹੈ ਜਿਹਨੇ ਆਪਣੇ ਮਨ ਦਾ ਦਰਵਾਜ਼ਾ ਖੋਲ੍ਹ ਲਿਆ, ਜਿਹਨੇ ਆਪਣੇ ਮਨ ਨੂੰ ਗੁਰੂ ਅਨੁਸਾਰ ਢਾਲ ਲਿਆ। ਸਤਿਗੁਰੂ ਜੀ ਕਿਰਪਾ ਕਰਦੇ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ। ਜੀਵ ਰੂਪੀ ਇਸਤਰੀ ਜਿਹੜੀ ਹੈ ਸਾਉਣ ਦੇ ਮਹੀਨੇ ਵਿੱਚ ਆਪਣੇ ਮਾਲਕ ਪ੍ਰਭੂ ਪਤੀ ਨੂੰ ਰਜਾ ਗਈ, ਜਿਹੜੀ ਮਹਾਰਾਜ ਕਹਿੰਦੇ ਨੇ ਉਹ ਸਰਸ ਗਈ। ਉਹਦਾ ਮਨ ਜਿਹੜਾ ਹੈ ਰਹਿਮਤਾਂ ਦੇ ਨਾਲ, ਬਖਸ਼ਿਸ਼ਾਂ ਦੇ ਨਾਲ ਭਰ ਗਿਆ। ਜਿੱਥੇ 4 ਜੀਵਾਂ ਦਾ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਕਿ ਇਹਨਾਂ ਨੂੰ ਬੜਾ ਆਨੰਦ ਪ੍ਰਾਪਤ ਹੁੰਦਾ, ਉੱਥੇ ਇਸ ਤਰ੍ਹਾਂ ਦੇ ਵੀ 4 ਜੀਵ ਹੈਗੇ ਨੇ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਮਹਾਰਾਜ ਜੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹਨ, ਉਹਨਾਂ ਨੂੰ ਸਾਉਣ ਦੇ ਮਹੀਨੇ ਤੋਂ ਦੁੱਖ ਵੀ ਪ੍ਰਾਪਤ ਹੁੰਦਾ। ਕਿਉਂਕਿ ਇਹ ਜ਼ਰੂਰੀ ਨਹੀਂ ਕਿ ਹਰ ਇੱਕ ਹਿਰਦਾ ਇਸ ਮਹੀਨੇ ਦੇ ਵਿੱਚ, ਭਾਵ ਹਰ ਇੱਕ ਹਿਰਦਾ, ਹੁਣ ਇਸ ਤਰ੍ਹਾਂ ਲੈ ਲਈਏ, ਇਹ ਜ਼ਰੂਰੀ ਨਹੀਂ ਕਿ ਹਰ ਇੱਕ ਮਨੁੱਖ ਨਾਮ ਜਪਦਿਆਂ ਜਪਦਿਆਂ ਖੁਸ਼ ਹੀ ਹੁੰਦਾ ਹੋਵੇ। ਕਈ ਨਾਮ ਜਪਦਿਆਂ ਜਪਦਿਆਂ ਵੀ ਦੁਖੀ ਹੋਈ ਜਾਂਦੇ ਨੇ। ਬੱਧਾ ਚੱਟੀ ਜੋ ਭਰੈ,
ਬੱਧਾ ਚੱਟੀ ਨਾਲ ਨਾਮ ਜਪਣ ਵਾਲਾ ਵੀ ਦੁਖੀ ਰਹਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ, ਨਾਨਕ ਸਾਵਣ ਜੇ ਵਸੈ ਚਹੁ ਵਿਛੋੜਾ ਹੋਏ। ਜਿੱਥੇ ਚਾਰਾਂ ਦਾ ਮਿਲਾਪ ਹੋਣਾ ਸੀ, ਚਾਰਾਂ ਨੂੰ ਆਨੰਦ ਪ੍ਰਾਪਤ ਹੋਇਆ, ਉੱਥੇ ਚਾਰਾਂ ਨੂੰ ਵਿਛੋੜਾ ਵੀ ਪ੍ਰਾਪਤ ਹੋਇਆ। ਤੇ ਵਿਛੋੜਾ ਕਿਹਨਾਂ ਨੂੰ ਪ੍ਰਾਪਤ ਹੋਇਆ? ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਗਾਈ ਪੁੱਤਾਂ ਨਿਰਧਨਾ ਪੰਥੀ ਚਾਕਰ ਹੋਏ। ਗਾਈ ਪੁੱਤਾਂ, ਗਾਂ ਦਾ ਪੁੱਤ, ਬਲਦ ਜਿਹੜਾ ਹੈ। ਸਾਉਣ ਦੇ ਮਹੀਨੇ 'ਚ ਬਾਰਿਸ਼ ਪਈ, ਕਿਸਾਨ ਜ਼ਿਮੀਂਦਾਰ ਨੇ ਆਪਣੇ ਖੇਤ ਵਿੱਚ ਹਲ ਜੋਣ ਵਾਸਤੇ, ਕਿਉਂਕਿ ਬਰਸਾਤ ਦਾ ਭਰਪੂਰ ਫਾਇਦਾ ਜ਼ਿਮੀਂਦਾਰ ਕਿਸਾਨ ਲੈ ਲੈਂਦਾ। ਉਹਨੇ ਫਸਲ ਬੀਜਣੀ, ਫਸਲ ਨੂੰ ਬੀਜਣ ਵਾਸਤੇ ਗਾਈ ਪੁੱਤ ਜਿਹੜਾ ਹੈ, ਗਾਂ ਦਾ ਪੁੱਤਰ ਬਲਦ ਜਿਹੜਾ ਹੈ, ਉਸ ਨੂੰ ਜੋ ਲਿਆ ਤੇ ਜੋ ਕਿ ਉਸ ਤੋਂ ਭਰਪੂਰ ਕੰਮ ਲਿਆ। ਪਰ ਕਹਿੰਦੇ ਨੇ ਜ਼ਿਮੀਂਦਾਰ ਨੇ ਕੰਮ ਲੈ ਲਿਆ, ਗਾਈ ਪੁੱਤ ਨੂੰ ਇਹਦਾ ਬਹੁਤਾ ਆਨੰਦ ਪ੍ਰਾਪਤ ਨਹੀਂ ਹੋਇਆ, ਉਹਨੂੰ ਤੇ ਕੰਮ ਕਰਨਾ ਪਿਆ। ਸਤਿਗੁਰੂ ਸਾਹਿਬ ਜੀ ਨੇ ਦੂਜੀ ਉਦਾਹਰਨ ਦਿੱਤੀ, ਨਿਰਧਨਾ। ਜਿਹੜਾ ਨਿਰਧਨ ਹੈ, ਜਿਹਦੇ ਕੋਲ ਬਹੁਤਾ ਧਨ ਨਹੀਂ ਸੀ, ਹਰ ਰੋਜ਼ ਕਮਾ ਕੇ ਖਾਣ ਵਾਲਾ ਸੀ, ਉਹਨੂੰ ਵੀ ਦੁੱਖ ਪ੍ਰਾਪਤ ਹੋਇਆ, ਕਿਉਂਕਿ ਬਰਸਾਤ ਦਾ ਮਹੀਨਾ ਆਇਆ, ਕੰਮ ਬੰਦ ਹੋ ਗਏ, ਬਰਸਾਤ ਹਰ ਰੋਜ਼ ਪੈ ਰਹੀ ਹੈ। ਗਾਈ ਪੁੱਤਾਂ ਨਿਰਧਨਾ ਪੰਥੀ ਚਾਕਰ। ਪੰਥੀ ਰਸਤੇ 'ਤੇ ਜਾ ਰਿਹਾ ਕੋਈ ਮੁਸਾਫਰ ਜਿਹੜਾ ਹੈ, ਬਹੁਤ ਬਰਸਾਤ ਦੇ ਕਾਰਨ, ਪੁਰਾਣੇ ਸਮਿਆਂ 'ਚ ਇਸ ਤਰ੍ਹਾਂ ਹੁੰਦਾ ਸੀ, ਪੈਦਲ ਹੀ ਚੱਲਣਾ ਪੈਂਦਾ ਸੀ ਦੂਰ ਦੁਰਾਡਿਆਂ ਤੱਕ। ਅਤੇ ਜਦੋਂ ਰਸਤੇ ਵਿੱਚ ਬਰਸਾਤ ਆ ਜਾਣੀ, ਅਤੇ ਬਰਸਾਤ ਦੇ ਕਾਰਨ ਜਿਹੜਾ ਪੰਥੀ ਹੈ, ਰਸਤੇ 'ਤੇ ਚੱਲਣ ਵਾਲਾ ਮੁਸਾਫਰ ਹੈ, ਦੁਖੀ ਹੁੰਦਾ ਸੀ, ਕਿਉਂਕਿ ਬਰਸਾਤ ਵਿੱਚ ਉਹ ਚੱਲ ਨਹੀਂ ਸੀ ਸਕਦਾ, ਬਿਮਾਰ ਹੋ ਸਕਦਾ ਸੀ। ਮਹਾਰਾਜ ਕਹਿੰਦੇ ਨੇ, ਤੀਸਰਾ ਦੁੱਖ ਪੰਥੀ ਨੂੰ ਪ੍ਰਾਪਤ ਹੁੰਦਾ ਹੈ, ਉਹ ਚੱਲ ਨਹੀਂ ਪਾਉਂਦਾ। ਅਤੇ ਚੌਥਾ ਦੁੱਖ ਜਿਹੜਾ ਹੈ, ਚੌਥੀ ਕੈਟਾਗਰੀ ਜਿਹੜੀ ਹੈ, ਚਾਕਰ, ਜਿਹੜਾ ਨੌਕਰੀ ਪੇਸ਼ਾ ਕਰਦਾ ਹੈ। ਜਿਹੜਾ ਨੌਕਰ ਕਿਸੇ ਦੇ ਘਰ ਵਿੱਚ ਨੌਕਰੀ ਕਰ ਰਿਹਾ, ਕਿਸੇ ਨੂੰ ਖਾਣਾ ਬਣਾ ਕੇ ਦੇ ਰਿਹਾ, ਜਾਂ ਕਿਸੇ ਦੇ ਘਰ ਵਿੱਚ ਡੰਗਰਾਂ ਦੀ ਦੇਖਭਾਲ ਕਰ ਰਿਹਾ। ਜਿਵੇਂ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਘਰਾਂ ਦੇ ਵਿੱਚ ਨੌਕਰ ਰੱਖੇ, ਡੰਗਰਾਂ ਵਾਸਤੇ ਵੱਖਰੇ ਰੱਖੇ ਹੁੰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ ਕਿ ਇਸ ਮਹੀਨੇ ਦੇ ਵਿੱਚ ਹਰ ਇੱਕ ਨੂੰ ਸੁੱਖ ਪ੍ਰਾਪਤ ਹੋਣਾ ਲਾਜ਼ਮੀ ਨਹੀਂ ਹੈ। ਜਿਹੜੇ ਮਨ ਨੇ ਸਤਿਗੁਰੂ ਸਾਹਿਬ ਜੀ ਦੇ ਹੁਕਮਾਂ ਨੂੰ ਐਕਸੈਪਟ ਕਰ ਲਿਆ, ਗੁਰੂ ਸਾਹਿਬ ਜੀ ਦੇ ਹੁਕਮਾਂ ਨੂੰ ਅੰਦਰ ਧਾਰਨ ਕਰ ਲਿਆ, ਉਹਨੂੰ ਤੇ ਸੁੱਖ ਪ੍ਰਾਪਤ ਹੋਣਾ। ਪਰ ਜਿਹਨੇ ਆਪਣੇ ਆਪ ਨੂੰ ਗੁਲਾਮ ਹੀ ਬਣਾ ਕੇ ਰੱਖਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ, ਉਹ ਸੁੱਖ ਪ੍ਰਾਪਤ ਨਹੀਂ ਕਰ ਸਕਦਾ, ਕਿਉਂਕਿ ਸਤਿਗੁਰੂ ਸਾਹਿਬ ਜੀ ਦੇ ਬਚਨਾਂ ਦੇ ਅਨੁਸਾਰ ਮਨ ਨੂੰ ਢਾਲਿਆ ਨਹੀਂ। ਮਹਾਰਾਜ ਕਹਿੰਦੇ ਨੇ, ਚੌਥਾ ਦੁੱਖ ਨੌਕਰ ਨੂੰ ਪ੍ਰਾਪਤ ਹੁੰਦਾ ਹੈ, ਕਿਉਂਕਿ ਉਹਨੂੰ ਸਾਰਾ ਕੰਮ ਕਰਨਾ ਹੀ ਪੈਣਾ। ਮਾਲਕ ਨੇ ਤੇ ਅੰਦਰ ਬੈਠਣਾ, ਮਾਲਕ ਨੇ ਘਰ ਦੇ ਅੰਦਰ ਬੈਠਣਾ, ਨੌਕਰ ਨੂੰ ਕੰਮ ਕਰਨਾ ਹੀ ਪੈਣਾ। ਉਹਨੂੰ ਡੰਗਰਾਂ ਵਾਸਤੇ ਪੱਠੇ ਵੀ ਲਿਆਉਣੇ ਪੈਣੇ, ਘਰ ਦਾ ਲੰਗਰ ਪਾਣੀ ਵੀ ਕਰਨਾ ਪੈਣਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਦੋ ਉਦਾਹਰਨਾਂ ਸਾਡੇ ਸਾਹਮਣੇ ਰੱਖੀਆਂ ਹਨ ਕਿ ਚਾਰਾਂ ਨੂੰ ਸੁੱਖ ਪ੍ਰਾਪਤ ਹੁੰਦਾ ਅਤੇ ਚਾਰਾਂ ਨੂੰ ਦੁੱਖ ਵੀ ਪ੍ਰਾਪਤ ਹੁੰਦਾ। ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਤੂੰ ਸੁੱਖ ਪ੍ਰਾਪਤ ਕਰਨਾ ਹੈ ਨਾ, ਫਿਰ ਨਾਗਾਂ ਵਾਲਾ ਬਿਰਤੀ ਜਿਹੜੀ ਹੈ ਉਹਨੂੰ ਅਪਣਾ। ਇਹਦਾ ਮਤਲਬ ਇਹ ਨਹੀਂ ਕਿ ਨਾਗ ਬਣ ਜਾਣਾ, ਕਿਸੇ ਨੂੰ ਡਸ ਲੈਣਾ, ਨਹੀਂ। ਜੇ ਤੂੰ ਤਪਸ ਵਿੱਚ ਸੜਿਆ ਹੋਇਆ ਨਾਗ ਦੀ ਤਰ੍ਹਾਂ, ਤੇ ਬਰਸਾਤ ਪੈ ਰਹੀ ਹੈ ਸਾਉਣ ਦੀ, ਇਹਦੇ ਵਿੱਚ ਆ ਕਰਕੇ ਆਪਣੇ ਮਨ ਨੂੰ ਠੰਡਿਆ ਕਰ ਲੈ। ਆਪਣੇ ਅਹੰਕਾਰ ਬਿਰਤੀ ਰੂਪੀ ਜਿਹੜਾ ਜ਼ਹਿਰ ਤੇਰੇ ਅੰਦਰ ਸੀ, ਤ੍ਰਿਸ਼ਨਾਲੂ ਬਿਰਤੀ ਰੂਪੀ ਜ਼ਹਿਰ ਜਿਹੜਾ ਤੇਰੇ ਅੰਦਰ ਸੀ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ, ਗੁਰੂ ਦੇ ਚਰਨ ਕਮਲਾਂ ਦੇ ਨਾਲ ਪਿਆਰ ਕਰਕੇ, ਕਿਉਂਕਿ ਹਰ ਇੱਕ ਮਨੁੱਖ ਦੇ ਅੰਦਰ ਨਾਗ ਵਾਲੀ ਬਿਰਤੀ ਵੀ ਬੈਠੀ ਹੈ। ਧਨ ਬਹੁਤਾ ਇਕੱਤਰਤ ਕਰਨਾ, ਕਿਸੇ ਦੇ ਪ੍ਰਤੀ ਤੀਰ ਤ੍ਰਿਸ਼ਨਾ ਈਰਖਾਲੂ ਬਿਰਤੀ ਰੱਖ ਲੈਣਾ। ਅਤੇ ਮਹਾਰਾਜ ਕਹਿੰਦੇ ਨੇ, ਮਿਰਗਾਂ ਵਾਂਗੂ ਤੂੰ ਪਹਿਲਾਂ ਵੀ ਪਾ ਸਕਦਾ ਇਸ ਮਹੀਨੇ ਦੇ ਵਿੱਚ, ਗੁਰੂ ਦੇ ਨਾਮ ਵਿੱਚ ਰੰਗਿਆ ਹੋਇਆ, ਸਤਿਗੁਰੂ ਜੀ ਦੇ ਨਾਮ ਨੂੰ ਜਪਦਾ, ਚਰਨ ਕਮਲ ਸਿਉ ਪਿਆਰ ਕਰਕੇ ਤੂੰ ਮਿਰਗ ਦੇ ਵਾਂਗੂ ਆਪਣੇ ਆਪ ਨੂੰ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ, ਉਮਾਦ ਦੇ ਵਿੱਚ, ਖੇੜੇ ਵਿੱਚ, ਆਨੰਦ ਵਿੱਚ ਵੀ ਲਿਆ ਸਕਦਾ ਹੈ। ਨਾਗਾਂ ਮਿਰਗਾਂ ਮੱਛੀਆਂ, ਮੱਛੀ ਦੀ ਤਰ੍ਹਾਂ ਹੀ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੀ। ਜੇ ਤੇਰਾ ਮਨ ਜਿਹੜਾ ਹੈ ਤਪਸ ਦੇ ਵਿੱਚ, ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਤਪਸ ਦੇ ਵਿੱਚ ਤਪ ਗਿਆ, ਅਤੇ ਤੂੰ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਬੈਠ। ਦੇਖ, ਸਾਉਣ ਦੇ ਮਹੀਨੇ ਵਿੱਚ ਗੁਰੂ ਦੇ ਨਾਮ ਦੀ ਬਰਸਾਤ ਹੋ ਰਹੀ ਹੈ, ਅਤੇ ਨਾਮ ਦੀ ਬਰਸਾਤ ਨੂੰ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਧਾਰਨ ਕਰ। ਜਿਵੇਂ ਮੱਛੀ ਨੂੰ ਪਾਣੀ ਪ੍ਰਾਪਤ ਹੋ ਗਿਆ ਅਤੇ ਉਹਦਾ ਜੀਵਨ ਬਦਲ ਗਿਆ, ਉਹਨੂੰ ਜੀਵਨ ਮਿਲ ਗਿਆ, ਨਵਾਂ ਜੀਵਨ ਮਿਲ ਗਿਆ। ਸਤਿਗੁਰੂ ਜੀ ਦੀ ਬਾਣੀ ਨੂੰ ਪ੍ਰਾਪਤ ਕਰ, ਸਤਿਗੁਰੂ ਜੀ ਦੀ ਬਾਣੀ ਨੂੰ ਪੜ੍ਹ, ਸਾਵਣ ਸਰਸੀ ਕਾਮਣੀ ਤਾਂ ਹੋਵੇਗਾ। ਅਤੇ ਮਹਾਰਾਜ ਕਹਿੰਦੇ ਨੇ, ਚੌਥਾ ਰਸੀਆਂ ਘਰ ਤਨ ਹੋਏ। ਜਿਹੜੇ ਰਸੀਏ ਨੇ, ਜਿਹੜੇ ਜਗਿਆਸੂ ਨੇ, ਉਹ ਇਸ ਮਹੀਨੇ ਦੇ ਵਿੱਚ, ਜਿਹੜੇ ਪਹਿਲਾਂ ਹੀ ਚੱਲੇ ਹੋਏ ਸਨ,
ਉਹ ਇਸ ਮਹੀਨੇ ਦਾ ਭਰਪੂਰ ਫਾਇਦਾ ਲੈ ਲੈਂਦੇ ਨੇ। ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਸਾਉਣ ਦੇ ਮਹੀਨੇ ਵਿੱਚ ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਨੂੰ ਬੜਾ ਆਨੰਦ ਆਉਂਦਾ ਹੈ। ਉਹ ਇਸ ਮਹੀਨੇ ਦਾ ਭਰਪੂਰ, ਕਿਉਂਕਿ ਬਾਹਰ ਬਾਰਿਸ਼ ਹੋ ਰਹੀ ਹੈ, ਘਰੋਂ ਬਾਹਰ ਨਿਕਲ ਨਹੀਂ ਸਕਦੇ, ਕੰਮਕਾਰ ਬਹੁਤਾ ਕਰ ਨਹੀਂ ਸਕਦੇ, ਉਹ ਆਨੰਦ ਲੈ ਲੈਂਦੇ ਨੇ, ਆਪਣਾ ਨਿਤਨੇਮ ਵੇਲਾ ਵਧਾ ਲੈਂਦੇ ਨੇ। ਗੁਰੂ ਪਿਆਰਿਓ, ਕਰੋਨਾ ਨਾਮ ਦੀ ਬਿਮਾਰੀ ਆਈ, ਇਸ ਬਿਮਾਰੀ ਨੇ ਸਾਰਿਆਂ ਨੂੰ ਘਰਾਂ ਦੇ ਵਿੱਚ ਜਕੜ ਲਿਆ। ਸਾਰੇ ਹੀ ਮਨੁੱਖਤਾ ਜਿਹੜੀ ਹੈ, ਸਾਰੇ ਹੀ ਦੇਸ਼ਾਂ ਦੇ ਵਿੱਚ ਲੋਕ ਜਿਹੜੇ ਨੇ ਘਰਾਂ ਦੇ ਵਿੱਚ ਬੈਠੇ ਨੇ ਤੇ ਦੋ ਤਰ੍ਹਾਂ ਦਾ ਜੀਵਨ ਬਤੀਤ ਕਰ ਲਿਆ ਸੀ। ਇੱਕ ਤੇ ਉਹ ਜਿਹੜੇ ਨਾਮ ਰਸੀਏ ਸਨ, ਜਿਹੜੇ ਨਾਮ ਜਪਦੇ ਸਨ, ਉਹਨਾਂ ਨੇ ਆਪਣਾ ਨਿਤਨੇਮ ਵੇਲਾ ਵਧਾ ਲਿਆ। ਉਹਨਾਂ ਨੂੰ ਪਤਾ ਸੀ ਕਿ ਹੁਣ ਸਮਾਂ ਬਹੁਤ ਹੈ, ਕੰਮ ਤੇ ਜਾਣਾ ਨਹੀਂ, ਕੰਮ ਦਾ ਕੋਈ ਫਿਕਰ ਨਹੀਂ, ਕੋਈ ਟੈਨਸ਼ਨ ਨਹੀਂ ਰਹੀ ਮਨ ਦੇ ਉੱਤੇ, ਕਿਉਂਕਿ ਸਾਰਾ ਕੁਝ ਹੀ ਬੰਦ ਸੀ। ਉਹਨਾਂ ਨੇ ਆਪਣਾ ਨਿਤਨੇਮ ਵੇਲਾ ਵਧਾ ਲਿਆ। ਤੇ ਦੂਸਰੇ ਉਹ ਸਨ ਜਿਹੜੇ ਪਹਿਲਾਂ ਨਿਤਨੇਮ ਥੋੜ੍ਹਾ ਬਹੁਤਾ ਕਰਦੇ ਹੋਣਗੇ ਜਾਂ ਨਹੀਂ, ਉਹਨਾਂ ਨੇ ਆਪਣਾ ਜਿਹੜਾ ਪਹਿਲਾਂ ਸੀ ਉਹ ਵੀ ਖੁੰਝਾ ਲਿਆ। ਉਹ ਕਿਵੇਂ ਖੁੰਝਾਇਆ ਕਿ ਜਿਹੜਾ ਪਹਿਲਾਂ ਰਾਤ ਨੂੰ 9-10 ਵਜੇ ਸੌਂ ਜਾਂਦਾ ਸੀ ਵੀ ਸਵੇਰੇ ਕੰਮ 'ਤੇ ਜਾਣਾ, ਜਲਦੀ ਉੱਠਣਾ, ਹੁਣ ਸੌਂਦਾ ਨਹੀਂ, ਹੁਣ 2-2 3-3 ਵਜੇ ਤੱਕ ਸੌਣਾ ਹੀ ਆਪਣਾ ਖਤਮ ਕਰ ਲਿਆ। ਤੇ ਅੰਮ੍ਰਿਤ ਵੇਲੇ ਦੀ ਤੇ ਫਿਰ ਗੱਲ ਹੀ ਦੂਰ ਰਹਿ ਗਈ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਸਾਉਣ ਦੇ ਮਹੀਨੇ ਦੀ ਬਰਸਾਤ ਤਾਂ ਪੈ ਰਹੀ ਹੈ ਪਿਆਰਿਆ, ਪਰ ਤੈਨੂੰ ਤਾਂ ਹੀ ਫਾਇਦਾ ਹੈ ਜੇ ਗੁਰੂ ਚਰਨਾਂ ਦੇ ਨਾਲ ਪਿਆਰ ਕਰਕੇ ਸਤਿਗੁਰੂ ਜੀ ਦੇ ਨਾਮ ਦੀ ਬਰਸਾਤ ਨੂੰ ਹਿਰਦੇ ਵਿੱਚ ਧਾਰਨ ਕਰ ਲਿਆ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਸਾਉਣ ਦੇ ਮਹੀਨੇ ਵਿੱਚ ਜੀਵ ਰੂਪੀ ਇਸਤਰੀ ਜਿਹੜੀ ਸਤਿਗੁਰੂ ਜੀ ਦੇ ਨਾਮ ਵਿੱਚ ਭਿੱਜ ਗਈ ਹੈ, ਉਹਨੂੰ ਗੁਰੂ ਦੇ ਚਰਨ ਨਾਲ ਪਿਆਰ ਪੈ ਗਿਆ। ਉਹਨੂੰ ਸਤਿਗੁਰੂ ਜੀ ਤੋਂ ਬਿਨਾਂ ਹੁਣ ਕੁਝ ਹੋਰ ਨਹੀਂ ਲੱਭਦਾ। ਬਾਹਰ ਬਰਸਾਤ ਹੋ ਰਹੀ ਹੈ ਮੀਂਹ ਵਾਲੀ, ਉਹਦੇ ਅੰਦਰ ਬਰਸਾਤ ਹੋ ਰਹੀ ਹੈ ਬਾਣੀ ਵਾਲੀ। ਬਾਹਰ ਪਾਣੀ ਬਰਸ ਰਿਹਾ, ਜੀਵ ਰੂਪੀ ਇਸਤਰੀ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜੀ, ਉਹਦੇ ਹਿਰਦੇ ਵਿੱਚ ਬਾਣੀ ਦਾ ਮੀਂਹ ਬਰਸ ਰਿਹਾ। ਸਤਿਗੁਰੂ ਦੀ ਅਗਲੀ ਪੰਕਤੀਆਂ 'ਚ ਰਹਿਮਤ ਕਰਦੇ, ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ। ਸਾਵਣ ਦੇ ਮਹੀਨੇ ਵਿੱਚ ਕਾਮਣੀ ਨੇ ਸਤਿਗੁਰੂ ਜੀ ਦੇ ਚਰਨਾਂ ਨਾਲ ਪਿਆਰ ਪਾ ਲਿਆ ਤੇ ਹੁਣ ਉਹਦਾ ਮਨ ਤੇ ਤਨ ਦੋਵੇਂ ਰਤੇ ਗਏ। ਮਨ ਤੇ ਤਨ ਦੋਨਾਂ ਦਾ ਗੱਲ ਕੀਤਾ ਸਤਿਗੁਰੂ ਜੀ ਨੇ। ਤਨ ਦਾ ਜ਼ਿਕਰ ਗੁਰਬਾਣੀ 'ਚ ਬਹੁਤ ਘੱਟ ਆਉਂਦਾ, ਮਨ ਦਾ ਬਹੁਤ ਆਉਂਦਾ, ਕਿਉਂਕਿ ਮਨ ਨੂੰ ਬਹੁਤ ਉਪਦੇਸ਼ ਸਤਿਗੁਰੂ ਜੀ ਨੇ ਕੀਤਾ ਬਾਣੀ ਵਿੱਚ। ਸਾਰਾ ਕੁਝ ਮਨ ਤੋਂ ਸ਼ੁਰੂ ਹੁੰਦਾ। ਮਨ ਤਨ ਨੂੰ ਜੋ ਹੁਕਮ ਲਾਉਂਦਾ ਉਹ ਤਨ ਕਰ ਦਿੰਦਾ। ਮਨ ਨੇ ਕਹਿ ਦਿੱਤਾ ਤਨ ਨੂੰ ਤੂੰ ਸ਼ਰਾਬ ਪੀ ਲੈ, ਤਨ ਨੇ ਪੀ ਲਈ। ਮਨ ਨੇ ਫੋਰਸ ਕੀਤਾ ਤਨ ਨੂੰ। ਮਨ ਨੇ ਤਨ ਨੂੰ ਕਿਹਾ ਮਾੜੇ ਕੰਮ ਕਰ ਤੇ ਤਨ ਨੇ ਕਰ ਲਏ। ਦੁਖੀ ਹੋਇਆ ਤਨ, ਕੀਤਾ ਮਨ ਨੇ, ਦੁਖੀ ਹੋਇਆ ਤਨ, ਤੇ ਭੋਗਣਾ ਪਿਆ ਜੀਵ ਆਤਮਾ ਨੂੰ। ਜਬ ਸਤਿਗੁਰੂ ਜੀ ਦੇ ਦਰਬਾਰ ਵਿੱਚ ਲੇਖਾ ਦੇਣਾ ਪਿਆ, ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਹੇਗਾ। ਪਰ ਇਹੀ ਮਨ ਜਦੋਂ ਸਤਿਗੁਰੂ ਜੀ ਦੇ ਅਨੁਕੂਲ ਚੱਲਦਾ ਹੈ ਤੇ ਮਹਾਰਾਜ ਕਹਿੰਦੇ ਨੇ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ। ਹੁਣ ਇਸ ਮਨ ਤੇ ਤਨ ਨੂੰ ਇੱਕੋ ਨਾਮ ਦਾ ਆਸਰਾ ਪ੍ਰਾਪਤ ਹੋਇਆ ਕਿ ਮਨ ਨੇ ਸਤਿਗੁਰੂ ਜੀ ਦੇ ਹੁਕਮਾਂ ਨੂੰ ਆਪਣੇ ਹਿਰਦੇ 'ਚ ਵਸਾ ਲਿਆ, ਆਪਣੇ ਆਪ ਨੂੰ ਗੁਰੂ ਚਰਨਾਂ ਦੇ ਵਿੱਚ ਢਾਲ ਲਿਆ। ਤੇ ਮਹਾਰਾਜ ਕਹਿੰਦੇ ਨੇ ਨਾਮ ਨੂੰ ਆਧਾਰ ਬਣ ਕੇ ਸੱਚਾ ਰੰਗ ਚੜ੍ਹ ਗਿਆ। ਸਾਉਣ ਦੇ ਮਹੀਨੇ ਵਿੱਚ ਕਾਮਣੀ ਨੇ ਗੁਰੂ ਚਰਨਾਂ ਨਾਲ ਪਿਆਰ ਪਾ ਕੇ, ਜੀਵ ਰੂਪੀ ਇਸਤਰੀ ਨੇ ਗੁਰੂ ਚਰਨਾਂ ਨਾਲ ਪਿਆਰ ਪਾ ਕੇ ਆਪਣੇ ਮਨ ਤੇ ਤਨ ਦੋਹਾਂ ਨੂੰ ਪਵਿੱਤਰ ਕਰ ਲਿਆ। ਇੰਨਾ ਪਵਿੱਤਰ ਕਰ ਲਿਆ ਕਿ ਨਾਮ ਜਿਹੜਾ ਹੈ ਇਹਦੇ ਰੰਗ ਅੰਦਰ ਵਸ ਗਿਆ। ਤੇ ਸਤਿਗੁਰੂ ਜੀ ਅਗਲੀ ਪੰਕਤੀ 'ਚ ਬਖਸ਼ਿਸ਼ ਕਰਦੇ, ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਛਾਰ। ਹੁਣ ਵਿਖਿਆ ਦਾ ਰੰਗ, ਜ਼ਹਿਰ ਦਾ ਰੰਗ ਜਿਹੜਾ ਹੈ, ਵਿਖਿਆ ਭਾਵ ਉਹ ਸਾਰੇ ਪਦਾਰਥ ਜਿਹੜੇ ਰੱਬ ਤੋਂ ਦੂਰ ਕਰ ਦਿੰਦੇ ਨੇ, ਉਹ ਸਾਰੀਆਂ ਵਸਤੂਆਂ ਜਿਹੜੀਆਂ ਮਾਲਕ ਵਾਹਿਗੁਰੂ ਤੋਂ ਦੂਰ ਕਰ ਦਿੰਦੀਆਂ ਹਨ। ਜਿਵੇਂ ਗੁਰਬਾਣੀ 'ਚ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਵਿਖਿਆ ਰੂਪੀ ਜਿੰਨੇ ਵੀ ਪਦਾਰਥ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਆ ਜਾਂਦੇ ਨੇ, ਮਹਾਰਾਜ ਕਹਿੰਦੇ ਨੇ ਸਾਰੇ ਹੀ ਦੂਰ ਹੋ ਗਏ। ਕਿਉਂਕਿ ਸਾਉਣ ਦੇ ਮਹੀਨੇ ਦੀ ਬਰਸਾਤ ਜਿਹੜੀ ਹੈ, ਬਰਸਾਤ ਉਹ ਜੀਵ ਰੂਪੀ ਇਸਤਰੀ ਦੇ ਹਿਰਦੇ ਵਿੱਚ ਪੈ ਗਈ, ਨਾਮ ਅੰਦਰ ਵਸ ਗਿਆ ਤੇ ਮਨ ਤਨ ਰਤਿਆ ਗਿਆ ਸੱਚੇ ਰੰਗ ਦੇ ਵਿੱਚ। ਤੇ ਵਿਖਿਆ ਰੰਗ ਕੁੜਾਵਿਆ, ਕੂੜਾ ਵਿਖਿਆ ਦਾ ਰੰਗ ਜਿਹੜਾ ਹੈ, ਝੂਠਾ ਵਿਖਿਆ ਦਾ ਰੰਗ ਜਿਹੜਾ ਹੈ, ਛਾਰ ਭਾਵ ਸਵਾ ਰੂਪੀ ਦਿਖਣ ਲੱਗ ਪਿਆ। ਭਾਵ ਉਹਦੀ ਕੋਈ ਬਹੁਤੀ ਕੀਮਤ ਨਹੀਂ ਰਹਿ ਗਈ ਹੁਣ ਮਨ ਦੇ ਵਿੱਚ। ਸਤਿਗੁਰੂ ਜੀ ਕਿਰਪਾ ਕਰਦੇ, ਮਹਾਰਾਜ ਕਹਿੰਦੇ ਨੇ ਜਦੋਂ ਵਿਖਿਆ ਦੂਰ ਹੋ ਗਈ, ਕੂੜਾ ਰੰਗ ਦੂਰ ਹੋ ਗਿਆ, ਫਿਰ ਹਰ ਅੰਮ੍ਰਿਤ ਬੂੰਦ ਸੁਹਾਵਣੀ। ਹੁਣ ਹੋਇਆ ਕਿ ਅੰਮ੍ਰਿਤ ਰੂਪੀ ਬੂੰਦ ਜਿਹੜੀ ਹੈ, ਮਿਲ ਸਾਧੂ ਪੀਵਨ ਹਾਰ। ਅੰਮ੍ਰਿਤ ਰੂਪੀ ਸਤਿਗੁਰੂ ਜੀ ਦੇ ਨਾਮ ਦੀ ਬੂੰਦ ਜਿਹੜੀ ਹੈ, ਸਾਉਣ ਦੇ ਮਹੀਨੇ ਵਿੱਚ ਜੀਵ ਰੂਪੀ ਇਸਤਰੀ ਦੇ ਅੰਦਰ ਆਈ।
ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਨ ਹਾਰ। ਜੀਵ ਰੂਪੀ ਇਸਤਰੀ ਨੇ ਸਾਉਣ ਦੇ ਮਹੀਨੇ ਵਿੱਚ ਸਾਧੂਆਂ ਦੀ ਸੰਗਤ ਕਰ ਕਰਕੇ ਸਤਿਗੁਰੂ ਸਾਹਿਬ ਜੀ ਦੇ ਕੋਲੋਂ ਪ੍ਰਾਪਤ ਕਰ ਲਈ ਸਵਾਂਤੀ ਬੂੰਦ, ਜਿਵੇਂ ਬਬੀਹੇ ਨੂੰ ਪ੍ਰਾਪਤ ਹੁੰਦੀ ਹੈ, ਅੰਮ੍ਰਿਤ ਰੂਪੀ ਬੂੰਦ ਪ੍ਰਾਪਤ ਕਰ ਲਈ, ਨਾਮ ਦੀ ਬੂੰਦ ਪ੍ਰਾਪਤ ਕਰ ਲਈ। ਤੇ ਫਿਰ ਸਾਧੂਆਂ ਦੇ ਨਾਲ ਬਹਿ ਕੇ, ਭਾਵ ਸਤ ਸੰਗੀਆਂ ਦੇ ਨਾਲ ਬਹਿ ਕੇ, ਸੰਗਤ ਦੇ ਵਿੱਚ ਬੈਠ ਕੇ ਇਸ ਬੂੰਦ ਦਾ ਭਰਪੂਰ ਆਨੰਦ ਮਾਣਿਆ। ਸੰਗਤ ਦੇ ਵਿੱਚ ਜਦੋਂ ਅਸੀਂ ਬਹਿੰਦੇ ਹਾਂ, ਮਨ ਗੁਰੂ ਨਾਲ ਜੁੜ ਜਾਵੇ, ਸੰਗਤ ਵਿੱਚ ਬੈਠ ਕੇ ਸਤਿਗੁਰੂ ਸਾਹਿਬ ਜੀ ਦਾ ਉਪਦੇਸ਼ ਹੈ, ਮਿਲ ਸਾਧੂ ਪੀਵਨ ਹਾਰ। ਸੰਗਤ ਦੇ ਵਿੱਚ ਆ ਕੇ ਇਸ ਬੂੰਦ ਦਾ ਭਰਪੂਰ ਆਨੰਦ ਲਿਆ ਜਾ ਸਕਦਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਅਗਲੀ ਪੰਕਤੀਆਂ 'ਚ ਕਿਰਪਾ ਕਰਦੇ, ਇਸ ਬਰਸਾਤ ਦੇ ਨਾਲ ਜਿੱਥੇ ਸੱਚਾ ਰੰਗ ਚੜਿਆ, ਵਿਖਿਆ ਰੰਗ ਦੂਰ ਹੋਇਆ, ਵਣ ਤ੍ਰਿਣ ਪ੍ਰਭ ਸੰਗ ਮੋਲਿਆ, ਸਮਰੱਥ ਪੁਰਖ ਅਪਾਰ। ਇੰਨਾ ਹੀ ਨਹੀਂ, ਅੰਦਰ ਤੇ ਬਾਹਰ, ਭਾਵ ਅੰਤਰ ਆਤਮਾ ਤੇ ਬਾਹਰਲਾ ਸਰੀਰ ਦੋਵੇਂ ਹੀ ਸਤਿਗੁਰੂ ਜੀ ਦੇ ਰੰਗ ਵਿੱਚ ਰੰਗੇ ਗਏ। ਵਣ ਤ੍ਰਿਣ, ਵਣ ਭਾਵ ਸਾਰੇ ਜੀਵ ਜੰਤੂ ਜਿੰਨੇ ਵੀ ਨੇ, ਬਨਸਪਤੀ ਸਾਰੀ, ਕੱਖਾਂ ਤੋਂ ਲੈ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਕਹਿੰਦੇ ਨੇ ਵੱਡੇ ਵੱਡੇ ਦਰਖਤ ਜਿਹੜੇ ਨੇ ਸਾਰੇ ਹੀ ਮੌਲੇ ਗਏ, ਭਾਵ ਸਾਰਿਆਂ ਉੱਤੇ ਬਰਸਾਤ ਪਈ ਸਤਿਗੁਰੂ ਸਾਹਿਬ ਜੀ ਦੀ। ਇਹ ਨਹੀਂ ਕਿ ਸਤਿਗੁਰੂ ਜੀ ਨੇ ਇੱਕ ਤੇ ਬਰਸਾਤ ਕੀਤੀ, ਦੂਜੇ ਤੇ ਨਹੀਂ ਕੀਤੀ, ਪਰ ਜਿਹਨੇ ਆਪਣੇ ਆਪ ਨੂੰ ਛਤਰੀ ਨਾਲ ਢੱਕ ਲਿਆ, ਗੁਰੂ ਦੀ ਬਰਸਾਤ ਨਹੀਂ ਆਪਣੇ ਤੇ ਪੈਣ ਦਿੱਤੀ, ਫਿਰ ਉੱਤੇ ਰੰਗ ਵੀ ਨਹੀਂ ਚੜ੍ਹਨਾ। ਸਤਿਗੁਰੂ ਜੀ ਦੇ ਦਰਬਾਰ ਵਿੱਚ ਆ ਕੇ ਬਹਿੰਦੇ ਆ ਜਦੋਂ, ਮਹਾਰਾਜ ਜੀ ਸੁਖਮਨੀ ਸਾਹਿਬ ਬਖਸ਼ਿਸ਼ ਕਰਦੇ ਹਨ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਸਾਵਧਾਨਤਾ ਦੇ ਨਾਲ ਬੈਠਿਆ ਕਰ, ਇੱਥੇ ਆ ਕਰਕੇ ਅਣਗੌਲਿਆਂ ਜਿਹਾ ਹੋ ਕੇ ਨਾ ਬੈਠਿਆ ਕਰ। ਸਾਡੀ ਬਿਰਤੀ ਬਣ ਗਈ ਹੈ ਗੁਰਦੁਆਰਾ ਸਾਹਿਬ ਵਿੱਚ ਜਾ ਕਰਕੇ ਵੀ ਅਸੀਂ ਇਸ ਤਰ੍ਹਾਂ ਬੈਠਦੇ ਹਾਂ ਜਿਵੇਂ ਕੋਈ ਕਿਸੇ ਚੀਜ਼ ਦੀ ਪਰਵਾਹ ਹੀ ਨਾ ਹੋਵੇ। ਦੀਨ ਦੁਨੀਆ ਦਾ ਮਾਲਕ ਸਤਿਗੁਰੂ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਸਾਹਮਣੇ ਹੁੰਦੇ ਨੇ, ਪਰ ਸਾਡਾ ਮਨ ਜਿਹੜਾ ਹੈ ਉਹ ਡਰਦਾ ਨਹੀਂ ਗੁਰੂ ਤੋਂ, ਗੁਰੂ ਦੇ ਭਾਵ ਵਿੱਚ ਨਹੀਂ ਆਉਂਦਾ। ਸਤਿਗੁਰੂ ਜੀ ਕਿਰਪਾ ਕਰਕੇ ਸਮਝਾ ਰਹੇ ਹਨ, ਵਣ ਤ੍ਰਿਣ ਪ੍ਰਭ ਸੰਗ ਮੋਲਿਆ, ਸਮਰੱਥ ਪੁਰਖ ਅਪਾਰ। ਸਾਰੇ ਹੀ ਬਨਸਪਤੀ ਜੀਵ ਜੰਤੂ ਪਰਮਾਤਮਾ ਵਾਹਿਗੁਰੂ ਦੇ ਪਿਆਰ ਵਿੱਚ ਮੌਲ ਗਏ ਹਨ, ਆਨੰਦਿਤ ਹੋ ਰਹੇ ਹਨ, ਕਿਉਂਕਿ ਪੂਰੇ ਸਤਿਗੁਰੂ ਦੀ ਪ੍ਰਾਪਤੀ ਹੋ ਗਈ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ, ਪਿਆਰ ਬਣ ਗਿਆ ਗੁਰੂ ਦੇ ਚਰਨਾਂ ਨਾਲ। ਅਗਲੀਆਂ ਪੰਕਤੀਆਂ 'ਚ ਮਹਾਰਾਜ ਕਿਰਪਾ ਕਰਕੇ, ਜਿਨੀ ਸਖੀਏ ਪ੍ਰਭ ਪਾਇਆ। ਜਿਹੜੀ ਜੀਵ ਰੂਪੀ ਇਸਤਰੀ ਨੇ, ਮੇਰੀ ਸਖੀ ਨੇ, ਪਰਮਾਤਮਾ ਨੂੰ ਪ੍ਰਾਪਤ ਕਰ ਲਿਆ, ਵਾਹਿਗੁਰੂ ਦਾ ਮਿਲਾਪ ਹਾਸਲ ਕਰ ਲਿਆ। ਹਉ ਤਿਨ ਕੈ ਸਦ ਬਲਿਹਾਰ। ਇਹ ਸਤਿਗੁਰੂ ਜੀ ਬਲਿਹਾਰੇ ਜਾ ਰਹੇ ਨੇ ਉਹਨਾਂ ਤੋਂ, ਭਗਤ ਜਨਾਂ ਤੋਂ, ਸਾਧੂ ਜਨਾਂ ਤੋਂ, ਜਿਨ੍ਹਾਂ ਨੇ ਪਰਮਾਤਮਾ ਵਾਹਿਗੁਰੂ ਦੇ ਨਾਲ ਚਰਨ ਕਮਲ ਸਿਉ ਪਿਆਰ ਬਣਾ ਲਿਆ। ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਨੇ ਸਾਉਣ ਦੇ ਮਹੀਨੇ ਵਿੱਚ ਹਿਰਦੇ ਵਿੱਚ ਪਿਆਰ ਧਾਰਨ ਕਰ ਲਿਆ, ਗੁਰੂ ਦੇ ਨਾਮ ਨੂੰ ਧਾਰਨ ਕਰ ਲਿਆ, ਮੈਂ ਉਹਨਾਂ ਤੋਂ ਸਦ ਬਲਿਹਾਰੇ ਜਾਂਦਾ, ਮੈਂ ਉਹਨਾਂ ਤੋਂ ਵਾਰਨੇ ਬਲਿਹਾਰਨੇ ਜਾਂਦਾ ਹਾਂ। ਅਗਲੀਆਂ ਪੰਕਤੀਆਂ 'ਚ ਮਹਾਰਾਜ ਕਿਰਪਾ ਕਰਦੇ, ਨਾਨਕ ਹਰ ਜੀ ਮਾਇਆ ਕਰ। ਹੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰ, ਸ਼ਬਦ ਸਵਾਰਨ ਹਾਰ। ਤੁਸੀਂ ਰਹਿਮਤ ਕਰੋ ਦਾਤਾ ਜੀ, ਮੇਰੇ ਤੇ ਦਇਆ ਕਰੋ, ਮੇਰਾ ਮਨ ਜਿਹੜਾ ਹੈ ਤੁਹਾਡੇ ਨਾਮ ਨਾਲ ਜੁੜ ਜਾਵੇ, ਸ਼ਬਦ ਜਿਹੜਾ ਹੈ ਉਹ ਮੈਨੂੰ ਸਵਾਰ ਦੇਵੇ। ਅੰਤਰੀ ਭਾਵ 'ਚ ਮਹਾਰਾਜ ਕਹਿ ਰਹੇ ਹਨ, ਦਾਤੇ ਦੀ, ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰ ਲੈ। ਤੈਨੂੰ ਸਵਾਂਤੀ ਬੂੰਦ ਬਬੀਹੇ ਵਾਂਗੂ, ਨਾਗਾਂ ਮਿਰਗਾਂ ਮੱਛੀਆਂ ਰਸੀਆਂ ਘਰ ਧਨ ਹੋਏ ਵਾਂਗੂ ਸਦਾ ਹੀ ਹਿਰਦੇ 'ਚ ਆਨੰਦ ਬਣਿਆ ਰਹੇਗਾ, ਸਦਾ ਹੀ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਹੋਵਣਗੀਆਂ। ਅਖੀਰਲੀ ਪੰਕਤੀ 'ਚ ਮਹਾਰਾਜ ਕਿਰਪਾ ਕਰਕੇ ਹੁਣ ਦੱਸ ਰਹੇ ਹਨ, ਸਾਵਣ ਸੁਹਾਗ ਭਰਿਆ ਕਿਹਨਾਂ ਵਾਸਤੇ ਹੈ। ਸਾਵਣ ਤਿਨਾ ਸੁਹਾਗਣੀ, ਜਿਨ ਰਾਮ ਨਾਮ ਉਰ ਹਾਰ। ਸਾਉਣ ਦਾ ਮਹੀਨਾ ਉਹਨਾਂ ਜੀਵ ਰੂਪੀ ਇਸਤਰੀਆਂ ਵਾਸਤੇ ਸੁਹਾਗ ਭਰਿਆ ਹੈ, ਖੇੜੇ ਭਰਿਆ ਹੈ, ਆਨੰਦ ਭਰਿਆ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਨਾਮ ਵਸ ਗਿਆ। ਉਰਹਾਰ, ਅੰਦਰ ਤੱਕ ਪਰਮਾਤਮਾ ਦਾ ਨਾਮ ਜਿਹੜਾ ਹੈ, ਗੁਰੂ ਦੀ ਗਲਵਕੜੀ ਜਿਹੜੀ ਹੈ ਜਿਨ੍ਹਾਂ ਦੇ ਗਲ ਵਿੱਚ ਪੈ ਗਈ। ਭਾਈ ਮਣੀ ਸਿੰਘ ਜੀ ਦਾ ਸ਼ਹਾਦਤ ਦਿਹਾੜਾ ਇਸੇ ਹਫ਼ਤੇ ਲੰਘਿਆ ਹੈ। ਸਤਿਗੁਰੂ ਸਾਹਿਬ ਜੀ ਦੀ ਗਲਵਕੜੀ ਇੰਨੀ ਪਿਆਰੀ ਸੀ ਉਹਨਾਂ ਦੇ ਗਲ ਵਿੱਚ ਕਿ ਬੰਦ-ਬੰਦ ਕੱਟਿਆ ਗਿਆ। ਚਰਨ ਕਮਲ ਸਿਉ ਪਿਆਰ ਦੀ ਗੱਲ ਕਰਨ ਲੱਗਿਆ ਹਾਂ, ਬੰਦ-ਬੰਦ ਕੱਟਿਆ ਜਾ ਰਿਹਾ ਹੈ। ਜਲਾਦ ਨੂੰ ਆਪ ਕਹਿ ਰਹੇ ਨੇ ਕਿ ਬੰਦ-ਬੰਦ ਕੱਟ, ਤੈਨੂੰ ਬੰਦ-ਬੰਦ ਕੱਟਣ ਦਾ ਹੁਕਮ ਹੈ। ਤੇ ਹਿਰਦੇ ਵਿੱਚੋਂ ਕੱਲੇ-ਕੱਲੇ ਬੰਦ ਦੇ ਵਿੱਚੋਂ ਵਾਹਿਗੁਰੂ ਸੁਖਮਨੀ ਸਾਹਿਬ ਜੀ ਦਾ ਜਾਪ, ਜਪਜੀ ਸਾਹਿਬ ਜੀ ਦੇ ਜਾਪ ਦੇ ਫੁਹਾਰੇ ਨਿਕਲ ਰਹੇ ਨੇ। ਇਸ ਤਰ੍ਹਾਂ ਹੁੰਦੀ ਹੈ ਕਿਰਪਾ। ਸਾਵਣ ਸਰਸੀ ਕਾਮਣੀ। ਤੇ ਗੁਰੂ ਪਿਆਰਿਓ, ਅੱਜ ਸਾਨੂੰ
ਸਾਡੇ ਇਤਿਹਾਸ 'ਤੇ ਵੀ ਵਿਸ਼ਵਾਸ ਨਹੀਂ ਰਿਹਾ। ਕੁਝ ਕੁ ਲੋਕਾਂ ਦੇ ਪਿੱਛੇ ਲੱਗ ਕੇ ਅਸੀਂ ਆਪਣੇ ਇਤਿਹਾਸ 'ਤੇ ਉਂਗਲ ਚੱਕਣੀ ਸ਼ੁਰੂ ਕਰ ਦਿੱਤੀ। ਇਹ ਬੇਨਤੀ ਮੈਂ ਤਾਂ ਕਰਨ ਲੱਗਿਆ ਕਿ ਸਾਉਣ ਦੇ ਮਹੀਨੇ ਵਿੱਚ ਗੁਰੂ ਦੇ ਨਾਮ ਦੀ ਬਰਸਾਤ ਤਾਂ ਹੋਣੀ ਹੈ ਜੇ ਗੁਰੂ ਵੱਲੋਂ ਦਰਸਾਏ ਮਾਰਗ 'ਤੇ ਚੱਲਾਂਗੇ, ਸਤਿਗੁਰੂ ਸਾਹਿਬ ਜੀ ਦੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਮੰਨਾਂਗੇ, ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਭੌਰੇ ਬੇਅੰਤ ਇਹੋ ਜਿਹੇ ਗੁਰਸਿੱਖ ਸ਼ਹੀਦ ਹੋਏ ਨੇ ਜਿਨ੍ਹਾਂ ਦੇ ਸ਼ਹਾਦਤਾਂ ਦੇ ਉੱਤੇ ਅੱਜ ਸ਼ੱਕ ਕੀਤਾ ਜਾ ਰਿਹਾ, ਉਂਗਲ ਚੱਕੀ ਜਾ ਰਹੀ ਹੈ। ਇਹੋ ਜਿਹੇ ਲੋਕਾਂ ਨੂੰ ਮੂੰਹ ਤੋੜਵਾਂ ਜਵਾਬ ਦਿਆ ਕਰੋ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕਰਕੇ। ਸਤਿਗੁਰੂ ਸਾਹਿਬ ਜੀ ਦੇ ਚਰਨ ਨਾਲ ਕਿੰਨਾ ਪਿਆਰ ਹੋਏਗਾ ਭਾਈ ਮਨੀ ਸਿੰਘ ਜੀ ਦਾ, ਮਹਾਨ ਸ਼ਹੀਦ, ਬੰਦ ਕਟਵਾ ਲਿਆ ਪਰ ਸੀ ਨਹੀਂ ਕੀਤੀ। ਆਪ ਕਹਿ ਦਿੱਤਾ ਜਲਾਦ ਨੂੰ, ਕਹਿੰਦੇ ਬੰਦ ਕੱਟ, ਤੈਨੂੰ ਇੰਚ ਕੱਟਣ ਵਾਸਤੇ ਕਿਹਾ ਗਿਆ। ਤੇ ਇਸ ਤਰ੍ਹਾਂ ਸਤਿਗੁਰੂ ਜੀ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਸਾਉਣ ਦਾ ਮਹੀਨਾ ਜਿਹੜਾ ਹੈ ਸਾਡੇ ਸਾਰਿਆਂ ਵਾਸਤੇ ਸਤਿਗੁਰੂ ਜੀ ਦੇ ਨਾਮ ਦਾ, ਸਤਿਗੁਰੂ ਸਾਹਿਬ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਜਾਈਏ, ਇਸ ਤਰ੍ਹਾਂ ਦਾ ਬਣ ਜਾਵੇ। ਆਓ ਸਾਰੇ ਹੀ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕਰੀਏ, ਦਾਤਾ ਅਸੀਂ ਵੀ ਤੇਰੇ ਚਰਨਾਂ ਦੇ ਨਾਲ ਜੁੜਨਾ ਚਾਹੁੰਦੇ ਹਾਂ, ਤੁਸੀਂ ਕਿਰਪਾ ਕਰੋ। ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਸਤਿਗੁਰੂ ਜੀ ਦੀ ਬਾਣੀ ਦੀ ਵਿਚਾਰ ਕਰਦੇ ਹਾਂ, ਸਤਿਗੁਰੂ ਸਾਹਿਬ ਜੀ ਦੇ ਪਵਿੱਤਰ ਉਪਦੇਸ਼ ਨੂੰ ਆਪ ਜੀ ਦੇ ਨਾਲ ਸਾਂਝਾ ਕਰਦੇ ਹਾਂ। ਬੇਅੰਤ ਹੋਈਆਂ ਭੁੱਲਾਂ ਸਤਿਗੁਰੂ ਸਾਹਿਬ ਜੀ ਆਪ ਕਿਰਪਾ ਕਰਕੇ ਮਾਫ ਕਰਨ, ਅਗਾਂਹ ਤੋਂ ਸ਼ੁੱਧ ਗੁਰਬਾਣੀ ਸ਼ੁੱਧ ਵਿਚਾਰਾਂ ਕਰਨ ਦੇ ਬਲ ਬਖਸ਼ਿਸ਼ ਕਰਨ। ਸਤਿਗੁਰੂ ਜੀ ਮਿਹਰ ਕਰਨ, ਸਾਡੇ ਮਨਾਂ ਦੇ ਵਿੱਚ ਸੱਚਾ ਰੰਗ ਚੜ੍ਹ ਜਾਵੇ ਤਾਂ ਕਿ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਅਸੀਂ ਵੀ ਜੁੜ ਸਕੀਏ, ਸਾਡੇ ਮਨਾਂ ਨੂੰ ਵੀ ਬਬੀਹੇ ਦੀ ਤਰ੍ਹਾਂ ਸਵਾਂਤੀ ਬੂੰਦ ਪ੍ਰਾਪਤ ਹੋ ਜਾਵੇ। ਆਓ ਜੀ ਪ੍ਰੇਮ ਦੇ ਨਾਲ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜੁੜੀਏ। ਗੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।